ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਸ਼ਸ਼ੋਭਤ ਸਮੂਹ ਗੁਰੂ ਸਵਾਰੀ ਸਾਧ ਸੰਗਤ ਜੀਓ, ਖਾਸ ਕਰ ਸਮੂਹ ਅਫਗਾਨ ਸਿੱਖ ਸੰਗਤ ਨੂੰ ਪਤਾ ਹੈ ਅਸੀਂ ਆਪਣੀ ਇਕਾਗਰਤਾ ਕਿਵੇਂ ਬਣਾਉਂਦੇ ਹਾਂ। ਉਸੇ ਗੁਰਬਾਣੀ ਦੀ ਤੁਕ ਨੂੰ ਦੁਹਰਾ ਕੇ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ, ਸਾਰਿਆਂ ਨੇ ਇੱਕ ਰਸ ਇਸ ਪੰਕਤੀ ਦਾ ਗਾਇਨ ਕਰਨਾ ਹੈ। ਨਾਰਾਇਣ ਨਰਪਤ नमस्कार है, ऐसे गुर को बल बल जाइए। आप मुक्त मोहे तारै, आप मुक्त मोहे तारै। आप मुक्त मोहे तारै, आप मुक्त मोहे तारै। ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। आप मुक्त मोहे तारै, आप मुक्त मोहे तारै। आप मुक्त मोहे तारै, आप मुक्त मोहे तारै। बड़े ही प्यार अदब सहित रस भरी आवाज़ विच फतेह बुलाओ जी। वाहिगुरू जी का खालसा, वाहिगुरू जी की फतेह। सत्कारयोग भाई साहब भाई निर्मल ਸਿੰਘ ਜੀ ਖਾਲਸਾ, ਆਪ ਜੀ ਨੂੰ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਉਚਾਰਨ ਉਹਨਾਂ ਦੀਆਂ ਪੌੜੀਆਂ ਦਾ ਕੀਰਤਨ ਸਰਵਣ ਕਰਾ ਕੇ ਗਏ ਹਨ। ਗੁਰੂ ਨਾਨਕ ਪਾਤਸ਼ਾਹ ਨੂੰ ਉਹ ਹਾਜ਼ੀ ਲੋਕ ਪੁੱਛਦੇ ਨੇ ਕਿ ਤੁਹਾਡੀ ਇਸ ਕਿਤਾਬ ਦੇ ਵਿੱਚ ਕੀ ਲਿਖਿਆ ਹੈ। ਕਿਤਾਬ ਕਿਹੜੀ ਸੀ? ਉਹ ਸੀ ਗੁਰਬਾਣੀ ਦੀ ਪੋਥੀ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਜਵਾਬ ਦਿੱਤਾ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸ਼ੁਭ ਅਮਲ। ਔਰ ਇਹ ਗੱਲ ਕੇਵਲ ਮੁਸਲਿਮ ਵੀਰ ਜਾਂ ਕੇਵਲ ਹਿੰਦੂ ਵੀਰਾਂ ਵਾਸਤੇ ਨਹੀਂ ਹੈ, ਸਾਰੀ ਦੁਨੀਆ ਵਾਸਤੇ ਸਾਂਝੀ ਗੱਲ, ਸਿੱਖਾਂ ਵਾਸਤੇ ਵੀ ਹੈ। ਸ਼ੁਭ ਅਮਲ। ਪਰਸੋਂ 3 ਸੱਸਿਆਂ ਦੀ ਅਸੀਂ ਵਿਚਾਰ ਆਰੰਭ ਕੀਤੀ ਸੀ। 3 ਸੱਸੇ ਸਾਡੀ ਜ਼ਿੰਦਗੀ ਬਦਲ ਸਕਦੇ ਨੇ। ਸੱਸਾ ਸੁਣਨਾ, ਗੁਰਬਾਣੀ ਨੂੰ ਸੁਣਨਾ, ਜਿਵੇਂ ਆਪ ਸੁਣ ਰਹੇ ਹੋ ਹੁਣ ਗੁਰਬਾਣੀ ਕੀਰਤਨ ਕਥਾ ਵਿਚਾਰ। ਦੂਜਾ ਸੱਸਾ ਸਮਝਣਾ, ਜੋ ਗੁਰੂ ਦੇ ਸ਼ਬਦ ਨੂੰ ਸੁਣਿਆ ਉਹਨੂੰ ਸਮਝ ਲੈਣਾ। ਤੇ ਤੀਸਰਾ ਸੱਸਾ ਸਮਾ ਜਾਣਾ, ਜੋ ਸਮਝਿਆ ਗੁਰੂ ਦੇ ਉਸ ਉਪਦੇਸ਼ ਦੇ ਵਿੱਚ ਸਮਾ ਜਾਣਾ। ਇਹਨਾਂ ਯਾਦ ਰੱਖਿਓ, ਸੁਣਨਾ ਕੰਨ ਰਸ ਹੈ, ਕਿਉਂਕਿ ਕੰਨਾਂ ਨਾਲ ਸੁਣਨਾ ਔਰ ਕੰਨਾਂ ਨੂੰ ਪਸੰਦ ਆਉਣਾ ਚਾਹੀਦਾ ਹੈ। ਕੋਈ ਸਾਖੀ ਸੁਣਾਏ, ਕੋਈ ਸ਼ਬਦ ਸੁਣਾਏ, ਕੰਨਾਂ ਨੂੰ ਰਸ ਹੈ। ਸੁਣਨਾ ਕੰਨ ਰਸ ਹੈ, ਸਮਝਣਾ ਮਨ ਰਸ ਹੈ। ਕਿਉਂਕਿ ਜਿਹਨੇ ਸਮਝਣਾ ਹੈ ਉਹਨੂੰ ਮਨ ਨਾਲ ਸਮਝਣਾ ਪਏਗਾ, ਮਨ ਨੇ ਵਿਚਾਰ ਕਰਨੀ ਹੈ। ਪਰ ਸਮਾ ਜਾਣਾ ਆਤਮ ਰਸ ਹੈ। ਜਿਹਨੇ ਆਤਮ ਰਸ ਲੈਣੇ ਉਹਨੂੰ ਗੁਰੂ ਸ਼ਬਦ ਵਿੱਚ ਸਮਾਉਣਾ ਪੈਣਾ। ਨਿਰਾ ਸੁਣਨ ਦੇ ਨਾਲ ਆਤਮ ਰਸ ਨਹੀਂ ਆ ਜਾਣਾ। ਸਤਿਗੁਰ ਕੀ ਜਿਸਨੋਂ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। 3 ਪੜਾਅ ਨੇ ਸਮਾ ਜਾਣ ਤੱਕ ਦੇ। ਬੁੱਧੀ ਦੇ 3 ਪੜਾਅ ਨੇ। ਇੱਕ ਪੜਾਅ ਹੈ ਨਮਦਾ ਬੁੱਧੀ, ਦੂਸਰਾ ਹੈ ਚਮੜਾ ਬੁੱਧੀ, ਤੇ ਤੀਸਰਾ ਹੈ ਤੇਲਤ ਬੁੱਧੀ। ਨਮਦਾ ਬੁੱਧੀ ਕੀ ਹੈ? ਨਮਦਾ ਆਖਦੇ ਨੇ ਸਪੰਜ ਨੂੰ। ਸਪੰਜ ਵਿੱਚ ਸੂਈ ਖੁਬਵੋ, ਲੱਗਦਾ ਖੁੱਭ ਗਈ ਹੈ, ਪਰ ਜਦੋਂ ਸੂਈ ਨੂੰ ਬਾਹਰ ਕੱਢਦੇ ਆ ਕੋਈ ਨਿਸ਼ਾਨ ਹੀ ਨਹੀਂ ਹੈ। ਜਿੰਨਾ ਕੁ ਚਿਰ ਸੂਈ ਸਪੰਜ ਦੇ ਵਿੱਚ, ਰਬੜ ਦੇ ਵਿੱਚ ਖੁੱਭੀ ਰਹੀ, ਲੱਗਦਾ ਵੀ ਖੁੱਭ ਗਈ ਹੈ, ਪਰ ਜਦੋਂ ਉਸ ਸੂਈ ਨੂੰ ਸਪੰਜ ਵਿੱਚੋਂ ਬਾਹਰ ਕੱਢਿਆ ਤੇ ਕੋਈ ਵੀ ਉਹਦੇ ਵਿੱਚ ਛੇਦ ਨਹੀਂ, ਕੋਈ ਮੋਰੀ ਨਹੀਂ ਉਹਦੇ ਵਿੱਚ।
ਨਮਦਾ ਬੁੱਧੀ ਉਹ ਹੈ ਜਿੰਨਾ ਚਿਰ ਗੁਰੂ ਹਜ਼ੂਰੀ 'ਚ ਬੈਠ ਕੇ ਪਾਠ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਲੱਗਦਾ ਵੀ ਮਨ 'ਚ ਬਾਣੀ ਖੁੱਭ ਗਈ, ਵਸ ਗਈ, ਟਿਕ ਗਏ। ਉਹਨਾਂ ਚਿਰ ਲੱਗਦਾ ਵੀ ਵਾਹ, ਜੀਵਨ ਤਬਦੀਲ ਹੋ ਰਿਹਾ ਹੈ। ਉਹਨਾਂ ਚਿਰ ਲੱਗਦਾ ਵੀ ਵਿਕਾਰਾਂ ਤੋਂ ਖਹਿੜਾ ਛੁੱਟ ਗਿਆ। ਪਰ ਜਦੋਂ ਹੀ ਸੂਈ ਉਸ ਨਬਦੇ 'ਚੋਂ ਬਾਹਰ ਕੱਢੀ, ਕੋਈ ਛੇਦ ਨਹੀਂ ਬਣਿਆ। ਅਜੇ ਬਾਹਰ ਨਿਕਲਿਆ ਹੀ ਸੀ, ਜਿਵੇਂ ਦਰਬਾਰ ਤੋਂ ਬਾਹਰ ਨਿਕਲਿਆ ਉਹ ਸਾਰਾ ਕੁਝ ਫਿਰ ਭੁੱਲ ਗਿਆ। ਮਾਇਆ ਨੇ, ਸੰਸਾਰ ਨੇ ਸਾਰਾ ਕੁਝ ਧੋ ਕੇ ਰੱਖ ਦਿੱਤਾ। ਇਹ ਸੀ ਨਮਦਾ ਬੁੱਧ। ਜਿਵੇਂ ਹੀ ਦਰਬਾਰ ਤੋਂ ਬਾਹਰ ਨਿਕਲਿਆ ਤੇ ਕੇਵਲ ਇਹੀ ਨਹੀਂ ਨਿਕਲਿਆ, ਮਨ ਵੀ ਨਾਲੇ ਨਿਕਲ ਤੁਰਿਆ। ਮਨ ਨੇ ਕੋਈ ਚੀਜ਼ ਦੇਖੀ, ਅੱਖਾਂ ਵੀ ਨਿਕਲ ਤੁਰੀਆਂ। ਮਨ ਨੇ ਕੋਈ ਆਵਾਜ਼ ਸੁਣੀ, ਸੰਗੀਤ ਸੁਣਿਆ, ਕੰਨ ਵੀ ਨਾਲੇ ਤੁਰ ਪਏ। ਇਹਨਾਂ ਇੰਦਰੀਆਂ ਦੇ ਪਿੱਛੇ ਬੁੱਧੀ ਵੀ ਨਾਲੇ ਤੁਰ ਪਈ। ਜਿਵੇਂ ਕੋਈ ਡਾਕਟਰ ਡਾਇਗਨੋਸ ਕਰਦਾ ਨਾ ਕਿਸੇ ਬਿਮਾਰੀ ਨੂੰ, ਰੋਗ ਨੂੰ, ਭਗਤ ਰਵਿਦਾਸ ਜੀ ਵੀ ਸਾਡੇ ਰੋਗ ਨੂੰ ਡਾਇਗਨੋਸ ਕਰਦੇ ਨੇ। ਕਹਿਣ ਲੱਗੇ, ਸਿੱਖਾ ਆ ਦੱਸਾਂ, ਜਿੰਨਾ ਚਿਰ ਤੇਰੇ ਇੰਦਰੇ ਤਕੜੇ ਨੇ ਤੇ ਤੇਰੀ ਬੁੱਧੀ ਕਮਜ਼ੋਰ ਹੈ, ਸਮਝ ਲਈ ਧਰਮ ਦੀ ਦੁਨੀਆ 'ਚ ਪ੍ਰਵੇਸ਼ ਹੀ ਨਹੀਂ ਕੀਤਾ। ਡਿਗਰੀ ਤੇ ਬਹੁਤ ਦੂਰ ਦੀ ਗੱਲ ਹੈ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ। ਸਬਲ ਮੈਨੇ ਤਕੜੀ, ਜਿੰਨਾ ਚਿਰ ਇੰਦਰੀਆਂ ਤਕੜੀਆਂ ਨੇ, ਅੱਖਾਂ, ਕੰਨ, ਨੱਕ, ਹੱਥੀ ਨਹੀਂ ਆਉਂਦੇ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ। ਤੇ ਵਿਵੇਕ ਬੁੱਧ ਹੈ ਨਿਬਲ, ਬਲ ਤੋਂ ਰਹਿਤ, ਕਮਜ਼ੋਰ। ਜਿੰਨਾ ਚਿਰ ਬੁੱਧੀ ਕਮਜ਼ੋਰ ਹੈ, ਇੰਦਰੇ ਤਕੜੇ ਨੇ, ਪਰਮਾਰਥ ਪ੍ਰਵੇਸ਼ ਨਹੀਂ। ਸਮਝ ਲਈ ਪਰਮਾਰਥ ਵਿੱਚ ਐਡਮਿਸ਼ਨ ਹੀ ਨਹੀਂ ਮਿਲੀ। ਪਰਮਾਰਥ ਦੀ ਡਿਗਰੀ ਤੇ ਬਹੁਤ ਦੂਰ ਦੀ ਗੱਲ ਹੈ। ਅਜੇ ਤੇ ਪ੍ਰਵੇਸ਼ ਹੀ ਨਹੀਂ ਕੀਤਾ ਧਰਮ ਵਿੱਚ। ਅਮਲ ਤੇ ਕਿਸ ਦਿਨ ਹੋਏਗਾ? ਨਮਦਾ ਬੁੱਧ ਉਹ ਹੈ ਜਿੰਨਾ ਕੁ ਚਿਰ ਗੁਰੂ ਹਜ਼ੂਰੀ 'ਚ ਬੈਠੇ ਰਹੇ, ਲੱਗਦਾ ਮਨ ਜੁੜ ਗਿਆ ਬਾਣੀ 'ਚ, ਨਾਮ ਵਿੱਚ, ਪ੍ਰਭੂ ਦੇ ਵਿੱਚ। ਬਸ ਦਰਬਾਰ 'ਚੋਂ ਬਾਹਰ ਨਿਕਲਿਆ, ਮਾਇਆ ਨੇ ਫਿਰ ਗਲਬਾ ਪਾ ਦਿੱਤਾ। ਇਹ ਹੈ ਨਮਦਾ ਬੁੱਧ। ਦੂਸਰੀ ਹੈ ਚਮੜਾ ਬੁੱਧ। ਜਿਹੜੇ ਚਮੜੇ ਦੀ ਜੁੱਤੀ ਪਹਿਨਦੇ ਨੇ, ਉਹਨਾਂ ਨੂੰ ਇੱਕ ਗੱਲ ਦਾ ਪਤਾ ਹੋਏਗਾ ਕਿ ਚਮੜੇ ਵਿੱਚ ਜਿੰਨਾ ਕੁ ਛੇਕ ਕਾਰੀਗਰ ਨੇ ਕਰ ਦਿੱਤਾ, ਜੁੱਤੀ ਟੁੱਟਣ ਤੱਕ ਉਹਨਾਂ ਕੋਈ ਛੇਦ ਰਹਿੰਦਾ, ਨਾ ਉਹ ਵੱਧਦਾ ਨਾ ਘਟਦਾ, ਉਹਨਾਂ ਕੋਈ। ਚਮੜਾ ਬੁੱਧ ਉਹ ਹੈ ਜਿੰਨਾ ਕੁ ਧਰਮ ਕਰਮ ਕੀਤਾ, ਬਸ ਸਾਰੀ ਜ਼ਿੰਦਗੀ ਉਹੀ ਕਰਦਾ ਰਿਹਾ। ਰੋਜ਼ ਦਾ ਇੱਕ ਨੇਮ ਬਣ ਗਿਆ, ਨਾ ਵਧਿਆ ਧਰਮ ਨਾ ਘਟਿਆ ਧਰਮ। 1 ਪੌਂਡ ਗੋਲਕ 'ਚ ਪਾ ਦਿੱਤਾ, 1 ਪੌਂਡ ਕੀਰਤਨੀ ਅੱਗੇ ਰੱਖ ਦਿੱਤਾ, ਮੱਥਾ ਟੇਕ ਲਿਆ, ਕੜਾਹ ਪ੍ਰਸ਼ਾਦ ਲੈ ਲਿਆ, ਚਲੇ ਗਏ। 1 ਸਾਲ, 2 ਸਾਲ, 5 ਸਾਲ, 10 ਸਾਲ, 20 ਸਾਲ ਇੱਦਾਂ ਹੀ ਗੁਜ਼ਰ ਗਏ। ਇਹ ਹੈ ਚਮੜਾ ਬੁੱਧ। ਮਾਨੋ ਜਿਵੇਂ ਬੱਚੇ ਨੂੰ ਕੋਈ ਸਕੂਲ ਭੇਜਦਾ ਹੈ ਤੇ ਸਕੂਲ ਵਿੱਚ ਬੱਚੇ ਨੂੰ ਕਿਹਾ ਕਿ ਸਿੱਖ ਇਹ ਐਪਲ, ਸੇਬ ਬਣਾ ਦਿੱਤਾ ਤਾਂ ਕਿ ਉਹਦੇ ਵੱਲ ਦੇਖ ਕੇ ਇਹ ਯਾਦ ਆ ਜਾਏ ਉਹਨੂੰ। ਊੜਾ ਊਂਠ, ਐੜਾ ਅੰਬ। ਐੜੇ ਦੇ ਨਾਲ ਅੰਬ ਤਾਂ ਬਣਾਇਆ ਸੀ ਕਿ ਅੰਬ ਦੇਖ ਕੇ ਉਹਨੂੰ ਐੜੇ ਦੀ ਯਾਦ ਆ ਜਾਏ। ਪਰ ਜੇ ਬੱਚਾ 5 ਸਾਲ 10 ਸਾਲ ਐੜਾ ਅੰਬ ਹੀ ਕਰਦਾ ਰਹੇ, ਉਹ ਤਰੱਕੀ ਨਹੀਂ ਕਰ ਸਕੇਗਾ। ਅਜੇ ਤੱਕ ਅੰਬ ਤੇ ਹੀ ਖਲੋਤਾ ਹੈ। ਬੱਚਾ ਸਾਲ ਬਾਅਦ ਬਦਲ ਜਾਂਦਾ ਹੈ। ਸਾਲ ਬਾਅਦ ਅੰਬ ਦੀ ਤਸਵੀਰ ਨਹੀਂ ਰਹਿੰਦੀ। ਸਾਲ ਬਾਅਦ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਐੜਾ ਅਨਾਰ ਵੀ ਹੁੰਦਾ ਹੈ, ਐੜਾ ਅਮਰੂਦ ਵੀ ਹੁੰਦਾ ਹੈ, ਐੜਾ ਅੰਮ੍ਰਿਤ ਵੀ ਹੁੰਦਾ ਹੈ। ਪਰ ਇਹ ਸਾਲ ਬਾਅਦ ਨਹੀਂ ਬਦਲਿਆ। 5 ਸਾਲ 10 ਸਾਲ ਐੜੇ ਅੰਬ ਤੇ ਹੀ ਖਲੋਤਾ ਹੈ। ਗੁਰਦੁਆਰੇ ਵੀ ਮੱਥਾ ਟੇਕ ਲੈਂਦਾ ਹੈ, ਘਰੇ ਜਾ ਕੇ ਸ਼ਰਾਬ ਵੀ ਪੀ ਲੈਂਦਾ ਹੈ, ਕਥਾ ਕੀਰਤਨ ਵੀ ਸੁਣ ਲੈਂਦਾ ਹੈ, ਦੁਕਾਨ ਤੇ ਠਗੀਆਂ ਵੀ ਕਰ ਲੈਂਦਾ ਹੈ, ਹੇਰਾ ਫੇਰੀਆਂ ਵੀ ਕਰ ਲੈਂਦਾ ਹੈ। ਗੁਰੂ ਚਰਨਾਂ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਵੀ ਬੋਲ ਲੈਂਦਾ ਹੈ, ਸੰਗਤੀ ਰੂਪ ਵਿੱਚ ਉੱਚੀ ਉੱਚੀ ਬੋਲਦਾ ਹੈ, ਤੇ ਘਰੇ ਜਾ ਕੇ ਨਿੰਦਿਆ ਚੁਗਲੀ ਤੇ ਗਾਲਾਂ ਵੀ ਕੱਢ ਲੈਂਦਾ ਹੈ। ਚਮੜਾ ਬੁੱਧ ਹੈ। ਇੱਕ ਥਾਂ ਟਿਕ ਗਈ। ਬੱਚਾ ਵੀ ਜਿਹੜਾ ਸਾਲ ਬਾਅਦ ਆਪਣੀ ਪੜ੍ਹਾਈ ਅੱਗੇ ਵਧਾ ਲੈਂਦਾ ਹੈ, 20 ਸਾਲ ਤੋਂ ਇੱਕੋ ਪੜ੍ਹਾਈ ਕਰ ਰਿਹਾ ਹੈ। ਇਹ ਹੈ ਚਮੜਾ ਬੁੱਧ। ਤੇ ਚਮੜੇ ਬੁੱਧ ਵਿੱਚ ਇੰਨੇ ਫਸ ਚੁੱਕੇ ਹਾਂ। ਯਾਦ ਰੱਖਿਓ, 3 ਤਰ੍ਹਾਂ ਦੇ ਅਰਥ ਹੁੰਦੇ ਨੇ ਬਾਣੀ ਦੇ। ਇੱਕ ਅੱਖਰੀ ਅਰਥ, ਇੱਕ ਭਾਵ ਅਰਥ, ਇੱਕ ਅਨੁਭਵੀ ਅਰਥ। ਜ਼ਰੂਰੀ ਨਹੀਂ ਹਰ ਥਾਂ ਅੱਖਰੀ ਅਰਥ ਕੰਮ ਆਉਣ। ਜਿਵੇਂ ਅਸੀਂ ਪੜ੍ਹਦੇ ਹਾਂ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇੜ। ਅੱਖਰੀ ਅਰਥ ਕਰ ਲਓ ਕਿ ਲੇਲੇ ਨੂੰ ਭੇਡ ਚੁੰਗਦੀ ਹੈ। ਕਦੀ ਦੇਖਿਆ ਭੇਡ ਲੇਲੇ ਨੂੰ ਚੁੰਗਦੀ ਹੋਵੇ? ਹੁਣ ਭਾਵ ਅਰਥ ਕਰਨੇ ਪੈਣਗੇ।
ਭਾਵ ਅਰਥ ਕੀ ਹੈ? ਇਹ ਮਨ ਲੇਲਾ ਹੈ, ਬੁੱਧੀ ਇਹਨੂੰ ਚੁੰਘਦੀ ਫਿਰਦੀ ਹੈ, ਬੁੱਧੀ ਹੈ ਭੇਡ। ਦੇਖੋ ਦੁਨੀਆ ਦੀ ਕੈਸੀ ਅਜੀਬ ਗੱਲਬਾਤ ਕਿ ਪੁੱਤਰ ਨੇ ਮਾਂ ਨਾਲ ਮੁਕਲਾਵਾ ਲੈ ਲਿਆ, ਪੁੱਤਰ ਮਾਂ ਨਾਲ ਵਿਆਹੀ ਗਈ। ਦੇਖੋ ਲੋਕਾ ਕਲ ਕਾ ਭਾਓ, ਸੁਤ ਮੁਕਲਾਈ ਆਪਣੀ ਮਾਓ, ਗੁਰਬਾਣੀ ਦੇ ਬਚਨ ਨੇ। ਸੁਤ ਨੇ ਮਾਂ ਨਾਲ ਮੁਕਲਾਵਾ ਲੈ ਲਿਆ, ਇਹਦਾ ਮਤਲਬ ਕੀ ਸੀ? ਕਿ ਆਹ ਜਿਹੜੀ ਬੁੱਧੀ ਹੈ ਨਾ, ਇਹ ਮਨ ਨਾਲ ਵਿਆਹੀ ਗਈ, ਮਨ ਦੇ ਪਿੱਛੇ ਤੁਰ ਪਈ, ਬੁੱਧੀ ਮਨ ਪਿੱਛੇ ਤੁਰ ਪਈ। ਚਮੜਾ ਬੁੱਧ ਉਹ ਹੈ ਜਿਹੜੀ ਇੱਕ ਥਾਂ ਟਿਕੀ ਰਹਿ ਗਈ, ਚਮੜਾ ਬੁੱਧ ਉਹ ਹੈ ਜਿਹੜੀ ਮਨ ਨੂੰ ਚੁੰਘਦੀ ਹੈ। ਪਹਿਲੀ ਸੀ ਨਵਦਾ ਬੁੱਧ, ਦੂਜੀ ਚਮੜਾ ਬੁੱਧ, ਤੇ ਤੀਜੀ ਹੈ ਤੇਲਤ ਬੁੱਧ। ਤੇਲਤ ਬੁੱਧ ਕੀ ਹੈ? ਪਾਣੀ ਦੀ ਬਾਲਟੀ ਭਰੀ, ਇੱਕ ਬੂੰਦ ਤੇਲ ਦੀ ਪਾਈ, ਇੱਕ ਬੂੰਦ ਤੇਲ ਦੀ ਸਾਰੇ ਪਾਣੀ ਤੇ ਫੈਲ ਜਾਂਦੀ ਹੈ। ਪਾਣੀ ਦਾ ਟੱਬ ਭਰਿਆ, ਬਸ ਇੱਕ ਬੂੰਦ ਤੇਲ ਦੀ ਉਸ ਟੱਬ ਤੇ ਪਾਈ, ਸਾਰਾ ਤੇਲ ਟੱਬ ਦੇ ਵਿੱਚ ਫੈਲ ਗਿਆ। ਤੇਲਤ ਬੁੱਧ ਉਹ ਹੈ, ਗੁਰੂ ਨੇ ਇੱਕ ਸ਼ਬਦ ਸੁਣਾਇਆ, ਇੱਕ ਸ਼ਬਦ ਪੂਰੇ ਜੀਵਨ 'ਚ ਵਸ ਗਿਆ, ਪੰਜੇ ਤੱਤਾਂ ਦੇ ਵਿੱਚ ਵਸ ਗਿਆ, 17 ਤੱਤਾਂ 'ਚ ਵਸ ਗਿਆ, 5 ਪ੍ਰਾਣਾਂ 'ਚ ਚਲਾ ਗਿਆ, 5 ਇੰਦਰੀਆਂ 'ਚ ਚਲਾ ਗਿਆ, 5 ਗਿਆਨ ਇੰਦਰੀਆਂ 'ਚ, 5 ਕਰਮ ਇੰਦਰੀਆਂ 'ਚ ਚਲਾ ਗਿਆ, ਮਨ ਤੇ ਬੁੱਧੀ 'ਚ ਚਲਾ ਗਿਆ। ਇੱਕ ਤੇ ਹੁੰਦਾ ਬਾਹਰਲਾ ਸਰੀਰ, ਇੱਕ ਅੰਦਰਲਾ ਸਰੀਰ। ਬਾਹਰਲਾ ਸਰੀਰ 5 ਤੱਤਾਂ ਦਾ, 5 ਤੱਤ ਕੋ ਤੰਦ ਰਚਿਓ। ਇੱਕ ਅੰਦਰਲਾ ਸਰੀਰ ਹੈ 17 ਤੱਤਾਂ ਦਾ, ਜਿਹਦੇ ਵਿੱਚ 5 ਸੂਖਮ ਤੱਤ ਨੇ, 5 ਗਿਆਨ ਇੰਦਰੀ ਨੇ, 5 ਕਰਮ ਇੰਦਰੀ ਨੇ, ਇੱਕ ਮਨ ਹੈ, ਇੱਕ ਬੁੱਧੀ ਹੈ। ਇਹਨਾਂ 17 ਦੇ ਵਿੱਚ ਸ਼ਬਦ ਸਮਾ ਗਿਆ। ਇੱਕ ਸ਼ਬਦ ਦੀ ਆਵਾਜ਼ ਸੁਣੀ, ਜੀਵਨ 'ਚ ਸਮਾ ਗਈ। ਅੱਖਾਂ ਵੀ ਗੁਰੂ ਦੀ ਬੋਲੀ ਦੇਖਦੀਆਂ ਨੇ, ਕੰਨ ਵੀ ਗੁਰੂ ਦੀ ਬੋਲੀ ਸੁਣਦੇ ਨੇ, ਜ਼ੁਬਾਨ ਗੁਰੂ ਦੀ ਬੋਲੀ ਬੋਲਦੀ ਹੈ, ਹਿਰਦੇ 'ਚੋਂ ਗੁਰੂ ਦੀ ਆਵਾਜ਼ ਨਿਕਲਦੀ ਹੈ, ਕਰਮ ਕਰਦਾ ਗੁਰੂ ਵਾਲੇ ਕਰਦਾ। ਸਮਝੋ ਤੇਲਤ ਬੁੱਧ ਆ ਗਈ, ਸਮਾ ਗਿਆ ਗੁਰੂ ਦਾ ਸ਼ਬਦ। ਹੁਣ ਜਿਹਦੇ ਅੱਖਾਂ 'ਚ ਵੀ ਗੁਰੂ, ਕੰਨਾਂ 'ਚ ਵੀ ਗੁਰੂ, ਜ਼ੁਬਾਨ ਤੇ ਗੁਰੂ, ਹਿਰਦੇ 'ਚ ਗੁਰੂ, ਉੱਥੇ ਗੁਰੂ ਦਾ ਰੂਪ ਹੋ ਗਿਆ ਨਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਨੀ ਸਤਿਗੁਰ ਪੇਖਣਾ, ਸਰਮਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਮਨ ਗੁਰੂ 'ਚ ਰਤਿਆ ਗਿਆ, ਇੱਕ ਮਿਕ ਹੋ ਗਿਆ, ਸਮਾਜ ਹੋ ਗਿਆ। ਇਹ ਹੈ ਤੇਲਤ ਬੁੱਧ, ਜਿਹਦੇ 'ਚ ਸਮਾ ਜਾਂਦਾ ਹੈ। ਯਾਦ ਰੱਖਿਓ, ਤੇਲਤ ਬੁੱਧ ਉਹ ਹੈ, ਕੇਵਲ ਕੰਨ ਸ਼ਬਦ ਨਹੀਂ ਸੁਣਦੇ, ਮਨ ਵੀ ਸੁਣਦਾ। ਕੇਵਲ ਮਨ ਨਹੀਂ ਸੁਣਦਾ, ਆਤਮਾ ਵੀ ਰਸ ਲੈਂਦੀ ਹੈ। ਅੱਖਾਂ ਵੀ ਸੁਣਦੀਆਂ ਨੇ, ਕੰਨ ਵੀ ਸੁਣਦੇ ਨੇ, ਜ਼ੁਬਾਨ ਵੀ। ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਭ ਰਸਾਇਣ ਚੂਨੜੀ, ਰੱਤੀ ਲਾਲ ਲਵਾਏ। ਅੱਖਾਂ ਉਸ ਪਿਆਰੇ ਨੂੰ ਦੇਖਦੀਆਂ ਨੇ। ਫਿਰ ਇਹ ਨਹੀਂ ਵੀ ਸੰਗਤ ਵਿੱਚ ਤੇ ਰੱਬ ਦੇਖਦਾ, ਗੁਆਂਢੀ ਦੇ ਵਿੱਚ ਉਹ ਦੁਸ਼ਮਣ ਦੇਖਦਾ, ਰਿਸ਼ਤੇਦਾਰ 'ਚ ਦੁਸ਼ਮਣ ਦੇਖਦਾ, ਨਹੀਂ। ਉਹਦੀਆਂ ਅੱਖਾਂ ਸਾਰਿਆਂ 'ਚੋਂ ਰੱਬ ਦੇਖਦੀਆਂ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ। ਉਹਦੇ ਕੰਨਾਂ ਦੇ ਵਿੱਚ ਪ੍ਰਭੂ ਦੀ ਆਵਾਜ਼ ਸਮਾ ਗਈ। ਜਿੱਧਰ ਸੁਣਦਾ ਰੱਬ ਦੀ ਆਵਾਜ਼ ਸੁਣਦਾ। ਇਹ ਨਹੀਂ ਆਖਦਾ ਮੇਰਾ ਮਿੱਤਰ ਬੋਲ ਰਿਹਾ, ਦੁਸ਼ਮਣ ਬੋਲ ਰਿਹਾ। ਉਹ ਆਖਦਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰਾਮ ਹੀ ਤੇ ਬੋਲ ਰਿਹਾ। ਉਹਦੀ ਜੀਭ ਨਾਮ ਦੇ ਰਸ ਨੂੰ ਚੁੰਘਦੀ ਹੈ। ਬੁੱਲ ਬੰਦ ਨੇ, ਇਸ ਤਰ੍ਹਾਂ ਲੱਗਦਾ ਚੁੱਪ ਕਰਕੇ ਬੈਠਾ ਹੈ, ਘਰਦਿਆਂ ਨੂੰ ਨਹੀਂ ਪਤਾ ਲੱਗਦਾ, ਪਰ ਅੰਦਰੋਂ ਅੰਦਰੀ ਜੀਭ ਨਾਮ ਰਸ ਨੂੰ ਚੁੰਘੀ ਜਾਂਦੀ ਹੈ। ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਭ ਰਸਾਇਣ ਚੂਨੜੀ, ਰੱਤੀ ਲਾਲ ਲਵਾਏ। ਅੰਦਰ ਮੁਸ਼ਕ ਚਕੋਲਿਆ, ਕੀਮਤ ਕਹੀ ਨਾ ਜਾਏ। ਇਹ ਹੈ ਤੇਲਤ ਬੁੱਧ। ਗੁਰੂ ਦਾ ਇੱਕ ਸ਼ਬਦ ਤੇਲ ਦੀ ਤਰ੍ਹਾਂ 17 ਪੱਖਾਂ ਦੇ ਵਿੱਚ ਸਮਾ ਗਿਆ। ਇੰਦਰੀਆਂ ਦੇ ਵਿੱਚ, ਕਰਮ ਇੰਦਰੀਆਂ 'ਚ, ਗਿਆਨ ਇੰਦਰੀਆਂ ਦੇ ਵਿੱਚ, ਸੂਖਮ ਤੱਤਾਂ ਦੇ ਵਿੱਚ, ਮਨ ਵਿੱਚ, ਬੁੱਧੀ ਦੇ ਵਿੱਚ ਲੀਨ ਹੋ ਗਿਆ। ਇਸ ਨੂੰ ਆਖਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਜਿਸ ਦਿਨ ਸ਼ਬਦ ਨੂੰ ਜੀਵਨ 'ਚ ਸਮਾ ਲਏਗਾ, ਸਮਝ ਲਈ ਉਸ ਦਿਨ ਪ੍ਰਵਾਨ ਚੜ੍ਹੇਗਾ। ਇਸੇ ਸਮਾਨ ਨੂੰ ਆਖਦੇ ਨੇ ਅਮਲ। ਜੇ ਇਹ ਅਮਲ ਨਹੀਂ ਤੇ ਜਿੰਨੇ ਮਰਜ਼ੀ ਧਰਮ ਕਰਮ ਕਰੀ ਚੱਲ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਗੱਲ ਅਮਲ ਦੀ ਹੈ। ਅਮਲ ਕੀ ਕਰ ਰਹੇ ਹੋ? ਭਾਈ ਸਾਹਿਬ ਜੀ ਨੇ ਸ਼ਬਦ ਪੜਿਆ ਸੀ,
सब इकट्ठे होए आया, घर जासन वाट वटाया, गुरमुख लाहा लै गए, मनमुख चले मूल गवाए जियो। गुरमुख लाहा लै गए। किन्ने को गुरमुख ने जिहड़े इत्थों लाहा लैके जाणगे। ये नहीं क्या भी लाहा छड़ के गए, लैके जाना है। ते लैके किहड़ा जाएगा? जिहड़ा गुरु दी मत नाल लैके जाएगा। लाहा तुहानूं मैं दस देना भी किहड़ा लिजा सकदे हो। 550वां पावन प्रकाश पुरब गुरु नानक साहब दा असीं मना रहे हैं। गुरु नानक पातशाह ने एक कीमती खजाना दुनिया नूं दिता सी, गुरबाणी दा, जिहदे विच बाकी गुरु साहिबानां दी बाणी, भगतां दी बाणी, भट्टां सिखां दी बाणी, धन गुरु ग्रंथ साहिब दी बाणी गुरु नानक दे घर दा खजाना है। जे लाहा लैके जाने फिर एक चीज़ लैके जाओ। अज घरां च जाके धन गुरु ग्रंथ साहिब जी दा सहज पाठ आरंभ कर दो। जिहड़े अर्थां समेत कर सकते हैं अर्थां समेत करो। सटीकां गुरुद्वारे च मिल जांदियां ने। फिर मन्नांगे भी इत्थों लाहा लैके गए हो तुसीं। दूजी गल, एक तो घरां च गुरबाणी दा पाठ आरंभ करो, फिर सवाल ये पैदा हो जाता है जी सानूं ते पंजाबी नहीं आउंदी जां साडे बच्चिआं नूं पंजाबी नहीं आउंदी। दूजी गल, घरां च पंजाबी लैके जाओ। गुरु नानक साहब ने पठाणा नूं एक गल कही सी, जदों बाबर ने हमला किया अहमदाबाद की धरती ते। पठाणा दा राज सी ते गुरु नानक पातशाह ने पठाणा नूं कहा सी तुसीं बच नहीं सकोगे। वो कहण लगे जी क्यों? कहण लगे ना तुहाडी बोली रही ना तुहाडा लिबास रहा, कित्थे बचोगे? घर घर मियाँ सबना जियां बोली अवर तुम्हारी। तुसीं अपनी बोली गवा बैठे हो, इस करके हुण तुसीं नहीं बच सकोगे। और ये गल सिख दे उपर भी अज लागू हुंदी है। अज साडे सिख परिवार की ने, घरां च असीं बोलदे हां हिंदी, बाहर विहारक तौर ते बोलदे हां असीं इंग्लिश, ते पंजाबी दी वारी उदों आंदी जदों किसी नूं गालां कढणीआं होण, वो पंजाबी च कढदे हां बस। होर कोई बची नहीं चीज़। पंजाबी घरां च लैके आओ। क्यों? क्योंकि जे तुहाडा बच्चा पंजाबी नालों टुट गया, समझ लिओ जपजी साहिब दा पाठ नहीं कर सकता। जे जब पंजाबी नालों टुट गया, फिर वो रहरास साहिब दा पाठ नहीं कर सकता, फिर वो सुखमनी साहिब दा पाठ नहीं कर सकता, फिर वासा की वार दा पाठ नहीं कर सकता। जे पंजाबी नालों टुट गया, फिर धन गुरु ग्रंथ साहिब दा पाठ नहीं कर सकता। इन्ना समझ लिओ, जे तुसीं पंजाबी नालों टुट गए, तुहाडा बच्चा पंजाबी नालों टुट गया, समझ लिओ वो अपने गुरु दे नालों टुट गया। इस करके घरां च दूजी चीज़, घरां च पंजाबी लैके आओ। इंग्लिश बाहरों बच्चे सीख लैणगे, पर तुहाडे बच्चों नूं पंजाबी बाहर किसी ने नहीं सिखानी, वो माँ प्यो नहीं सिखानी, तुसीं सिखानी है। दूजी गल, घरां च पंजाबी लैके जाओ। जे लाहा लैके जाना है, पहलां अपने घरां च गुरबाणी दा पाठ करो। दूजी गल, जिन्हां नूं पंजाबी नहीं आउंदी वो अपने घरां च पंजाबी लागू करो। पंजाबी लिखो, पढ़ो, बोलो, बच्चिआं नूं सिखाओ। ते तीजी गल, ये लाहा अपने तक सीमित ना रखियो। किन्ने साल हो गए इस इंग्लैंड दे विच सिखां नूं वसदे आ? किन्ने साल हो गए? तीजी चौथी पीढ़ी चल रही पंजाबियों की खास करके। ते गुरबाणी दा लाहा अमल असी अपने आप नूं नहीं दिता, अपने बच्चों नूं नहीं दिता, भला इंग्लैंड के लोगों नूं कित्थों देना सी? जे इन्ने सालां विच असीं लाहा वंडिया हुंदा ना गुरु दी बाणी दा, अज इस दीवान हाल विच काले भी बैठे होंदे, गोरे भी बैठे होंदे, दूजी कम्यूनिटी के लोग भी बैठे होंदे। अज गुरु नानक की बाणी का उपदेश वंडिया जाना है, असी भी जाके लैके आईए। ये लाहा असी दुनिया नूं वंडदे, क्योंकि धन गुरु ग्रंथ साहिब की बाणी केवल सिखां वास्ते नहीं, गुरबाणी का खुद का फरमान है, प्रथाए साखी महापुरख बोलदे सांझी सगल जहान है। सारी दुनिया का साझा ज्ञान है। ये लाहा दुनिया नूं वरताना सी, असी अपने बच्चों नूं नहीं वरताया, असी अपने आप नूं नहीं वरताया। नतीजा की निकलिया? 80% साडे इंग्लैंड के सिख जिहड़े ने वो गुरुद्वारियां नालों टुट गए, बाणी नालों टुट गए, शब्द नालों टुट गए। मैनूं अफसोस नाल एक होर गल कहनी पैंदी है, अपने तो शुरू करा। प्रचारक जिहड़े ने वो एक गल देखते हैं भी लिफाफे च की आया है, उहदा ध्यान लिफाफे च होना चाहिए। प्रचारक नूं माया मिलनी चाहिए है, पर प्रचारक ये देखदा मेरे लिफाफे च की आया है। प्रबंधक गुरुद्वारियां दे ये देखते हैं साडी गोलक च की आया है। आना चाहिए, किसी गरीब लोड़वंद की मदद हो सकती है, पर एम ये थोड़े सी भी गोलक च की आया, निशाना ये नहीं सी।
ਪ੍ਰਚਾਰਕ ਦੇਖਦਾ ਵੀ ਲਿਫਾਫੇ 'ਚ ਕੀ ਆਇਆ ਹੈ, ਪ੍ਰਬੰਧਕ ਇਹ ਦੇਖਦਾ ਸਾਡੀ ਗੋਲਕ 'ਚ ਕੀ ਆਇਆ ਹੈ, ਤੇ ਸੰਗਤ ਇਹ ਦੇਖਦੀ ਵੀ ਲੰਗਰ 'ਚ ਕੀ ਆਇਆ ਹੈ। ਇੰਗਲੈਂਡ, ਮੇਰਾ ਤੇ ਵਾਹ ਇੱਥੋਂ ਬਹੁਤ ਪਿਆ ਨਾ, ਇੰਗਲੈਂਡ 'ਚ ਬਕਾਇਦਾ ਫੋਨ ਕਰਕੇ ਪੁੱਛਿਆ ਜਾਂਦਾ ਗੁਰਦੁਆਰੇ 'ਚ, ਅੱਜ ਤੁਹਾਡੇ ਗੁਰਦੁਆਰੇ ਕੀ ਬਣ ਰਹੇ ਹੈ। ਜਿੱਥੇ ਖੀਰ ਕੜਾਹ ਬਣ ਰਹੇ ਨੇ, ਜਿੱਥੇ ਸਾਗ ਮੱਕੀ ਦੀ ਰੋਟੀ ਉੱਥੇ ਜਾਵਾਂਗੇ, ਜਿੱਥੇ ਕੜੀ ਚੌਲ ਉੱਥੇ ਜਾਵਾਂਗੇ। ਲੰਗਰ 'ਚ ਕੀ ਬਣ ਰਿਹਾ, ਚਾਹੀਦਾ ਲੰਗਰ, ਕੋਈ ਸ਼ੱਕ ਨਹੀਂ, ਪਰ ਨਿਸ਼ਾਨਾ ਇਹ ਤੇ ਨਹੀਂ ਸੀ ਨਾ। ਗੁਰਦੁਆਰੇ ਆਉਣ ਦਾ ਮਕਸਦ ਤੇ ਹੋਰ ਕੋਈ ਸੀ, ਮਕਸਦ ਸੀ ਸ਼ਬਦ ਨਾਲ ਜੁੜਨਾ। ਕਿਹੜਾ ਗੁਰਮੁਖ ਹੈ ਜਿਹੜਾ ਇਹ ਗੱਲ ਸੋਚਦਾ ਹੈ ਅੱਜ ਗੁਰਬਾਣੀ 'ਚ ਮੇਰੇ ਸ਼ਬਦ ਵਿੱਚ ਕੀ ਆਇਆ ਹੈ। ਕਿੰਨੇ ਕੁ ਸਿੱਖ ਨੇ ਜਿਹੜੇ ਇਹ ਸੋਚਦੇ ਨੇ ਅੱਜ ਮੇਰੇ ਗੁਰੂ ਨੇ ਸ਼ਬਦ ਵਿੱਚ ਮੈਨੂੰ ਕੀ ਦਿੱਤਾ ਹੈ। ਗੱਲ ਤੇ ਇਸ ਦੀ ਸੀ, ਮੇਨ ਮਕਸਦ ਸੀ ਗੁਰਦੁਆਰੇ ਜਾ ਕੇ ਸ਼ਬਦ ਨਾਲ ਜੁੜਨਾ। ਕੁਝ ਲਿਫਾਫਿਆਂ ਨਾਲ ਜੁੜ ਗਏ, ਕੁਝ ਗੋਲਕਾਂ ਨਾਲ ਜੁੜ ਗਏ, ਕੁਝ ਲੰਗਰਾਂ ਨਾਲ ਜੁੜ ਗਏ, ਭਲਾ ਸ਼ਬਦ ਨਾਲ ਕੌਣ ਜੁੜੇ? ਕਿਹੜਾ ਲਾਹਾ ਲੈ ਕੇ ਘਰ ਜਾ ਰਹੇ ਹੈ? ਗੁਰਮੁਖ ਲਾਹਾ ਲੈ ਗਏ। ਲਾਹਾ ਉਹ ਲੈ ਕੇ ਜਾਂਦੇ ਨੇ ਜਿਹੜੇ ਗੁਰਮੁਖ ਹੋ ਜਾਂਦੇ ਨੇ। ਗੁਰਮੁਖ ਮੈਨੇ ਗੁਰੂ ਦੇ ਕੀ ਸਮਰਪਿਤ। ਮੈਂ ਬਸ ਸਮਾਪਤੀ ਕਰਾਂ 1-2 ਮਿੰਟ ਦੇ ਵਿੱਚ। ਖਾਲਸਾ ਸਾਧਨਾ ਦਿਵਸ ਵੀ ਮਨਾ ਰਿਹਾ, ਮੈਂ ਉਹਨੂੰ ਵੀ ਨਾਲ ਥੋੜਾ ਜੋੜ ਲਵਾਂ। 1699 ਦੀ ਵਿਸਾਖੀ 'ਚ 4 ਤਰ੍ਹਾਂ ਦੇ ਲੋਕ ਬੈਠੇ ਸਨ। ਇੱਕ ਸਨ ਗੁਰਮੁਖ, ਜਿਨ੍ਹਾਂ ਨੇ ਆਪਾ ਗੁਰੂ ਅੱਗੇ ਭੇਟ ਕਰ ਦਿੱਤਾ। ਦੂਜੇ ਸੀ ਸਨਮੁਖ, ਜਿਹੜੇ ਸਾਹਮਣੇ ਬੈਠ ਕੇ ਕੌਤਕ ਦੇਖਦੇ ਰਹੇ ਪਰ ਹਿੰਮਤ ਨਹੀਂ ਪਈ ਸੀ ਆਪਣਾ ਆਪ ਭੇਟ ਕਰਨ ਦੀ। ਤੀਜੇ ਸਨ ਮਨਮੁਖ, ਮਨ ਦੀਆਂ ਕਰਨ ਵਾਲੇ ਉੱਠ ਕੇ ਦੌੜੇ ਮਾਂ ਗੁਜਰੀ ਜੀ ਵੱਲ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਿਆਰ ਕਰੋ, ਤੁਹਾਡਾ ਪੁੱਤਰ ਤੇ ਸਿੱਖਾਂ ਦੇ ਸਿਰ ਵੱਢਣ ਲੱਗ ਗਏ। ਮਨ ਦੀਆਂ ਕਰਨ ਵਾਲੇ ਮਨਮੁਖ। ਚੌਥੇ ਸਨ ਬੇਮੁਖ, ਕੁਣਕੇ ਦੇ ਮਿੱਤਰ, ਲੰਗਰ ਦੇ ਮਿੱਤਰ, ਕੜਾਹ ਪ੍ਰਸ਼ਾਦ ਖਾਣ ਵਾਲੇ, ਜੁੱਤੀਆਂ ਛੱਡ ਕੇ ਦੌੜੇ ਵੀ ਹੁਣ ਤੇ ਸਿਰ ਵੀ ਦੇਣਾ ਪੈਣਾ। ਉਹਨਾਂ ਕੀਰਤਪੁਰ ਟੱਪਦਿਆਂ ਪਿੱਛੇ ਨਹੀਂ ਸੀ ਮੁੜ ਕੇ ਦੇਖਿਆ, ਮਤਾ ਸਤਿਗੁਰੂ ਬੁਲਾ ਨਾ ਲੈਣ ਆਵਾਜ਼ ਮਾਰ। ਬੇਮੁਖ ਪਿੱਠ ਦਿਖਾ ਕੇ ਦੌੜ ਗਏ, ਮਨਮੁਖ ਮਨ ਦੀਆਂ ਕਰਨ ਲੱਗ ਪਏ, ਸਨਮੁਖ ਸਾਹਮਣੇ ਹੀ ਬੈਠੇ ਰਹਿ ਗਏ। ਹਾਂ, ਵਿਰਲਾ ਸੀ ਗੁਰਮੁਖ ਜਿਹਨੇ ਉੱਠ ਕੇ ਆਪਾ ਭੇਟ ਕਰ ਦਿੱਤਾ। ਜਿਹਨੇ ਭੇਟ ਕੀਤਾ, ਗੁਰੂ ਗੋਬਿੰਦ ਸਿੰਘ ਨੇ ਵੀ ਖਲੋ ਕੇ ਕਹਿ ਦਿੱਤਾ ਸੀ, ਸਿੱਖ ਤੇ ਮੇਰੇ ਬੜੇ ਹੋਣਗੇ ਪਰ ਮੇਰੇ ਸਭ ਤੋਂ ਪਿਆਰੇ ਸਿੱਖੇ 5 ਪਿਆਰੇ ਨੇ। ਇਹ ਮੇਰੇ ਪਿਆਰੇ ਸਿੱਖ ਨੇ। ਔਰ ਵੱਡੇ ਭਾਗ ਨੇ ਆਪ ਦੇ, ਖਾਸ ਕਰ ਸਮੂਹ ਅਫਗਾਨ ਸਿੱਖ ਸੰਗਤ ਵੱਲੋਂ ਜਿਹੜਾ ਐਡਾ ਵਿਸ਼ਾਲ ਹਰ ਸਾਲ ਸਮਾਗਮ ਹੁੰਦਾ ਹੈ। ਇਹਦੇ ਵਿੱਚ ਖਾਸ ਕਰ ਅਫਗਾਨ ਸਿੱਖ ਸੰਗਤ ਦੇ ਵਿੱਚ ਇੱਕ ਕਮੀ ਮੈਂ ਜ਼ਰੂਰ ਦੱਸ ਕੇ ਜਾਵਾਂਗਾ ਜਾਂਦੇ ਜਾਂਦੇ। ਇੱਥੋਂ ਦੇ ਬੱਚਿਆਂ ਨੂੰ ਦੇਖ ਕੇ ਮਨ ਬੜਾ ਖੁਸ਼ ਹੁੰਦਾ। ਸੁਖਮਨੀ ਸਾਹਿਬ ਦਾ ਪਾਠ ਜ਼ਬਾਨੀ ਬੱਚਿਆਂ ਨੇ ਕੀਤਾ। ਸਾਡੇ ਪੰਜਾਬੀ ਕਿੰਨੇ ਕੁ ਬੱਚੇ ਨੇ ਜਿਨ੍ਹਾਂ ਨੂੰ ਜ਼ਬਾਨੀ ਸੁਖਮਨੀ ਸਾਹਿਬ ਯਾਦ ਹੈ? ਅਫਗਾਨ ਬੱਚਿਆਂ ਨੇ ਕੀਤਾ। ਇੱਥੇ ਪਾਠ ਬੱਚੇ ਬਹੁਤ ਸੋਹਣਾ ਕਰਦੇ ਨੇ, ਕੀਰਤਨ ਬੜਾ ਸੋਹਣਾ ਕਰਦੇ ਨੇ। ਇਹ ਨਹੀਂ ਕੇਵਲ ਵਾਜੇ ਤਬਲੇ ਨਾਲ, ਤੰਤੀ ਸਾਜ਼ਾਂ ਨਾਲ ਕਰਦੇ ਨੇ, ਅਰਦਾਸ ਕਰਦੇ ਨੇ, ਪ੍ਰਕਾਸ਼ ਕਰਦੇ ਨੇ, ਸੁਖ ਆਸਨ ਕਰਦੇ ਨੇ, ਪਾਵਨ ਹੁਕਮਨਾਮਾ ਲੈਂਦੇ ਨੇ, ਸਭ ਕੁਝ ਕਰਦੇ ਨੇ। ਬਸ ਇੱਕ ਚੀਜ਼ ਦੀ ਕਮੀ ਤੁਹਾਡੇ ਵਿੱਚ ਅਜੇ ਤੱਕ ਕੋਈ ਕਥਾਵਾਚਕ ਪ੍ਰਚਾਰਕ ਬੁਲਾਰਾ ਨਹੀਂ ਪੈਦਾ ਹੋਇਆ। ਕਿਉਂ? ਕਿਉਂਕਿ ਅਜੇ ਪਹਿਲੀ ਗੱਲ ਹੈ ਸੁਣਨਾ ਕੰਨ ਰਸ, ਜਿੱਦਣ ਸਮਝਣਾ ਮਨ ਰਸ ਆ ਗਿਆ, ਬਾਣੀ ਦੀ ਵਿਚਾਰ ਕਰਨੀ ਸ਼ੁਰੂ ਕਰ ਦੋਗੇ। ਤੇ ਜਿੱਦਣ ਸਮਝਣਾ ਮਨ ਰਸ ਆ ਜਾਏਗਾ, ਉਸ ਤੋਂ ਅੱਗੇ ਸਮਾ ਜਾਣਾ ਫਿਰ ਆਤਮ ਰਸ ਉਦੋਂ ਆਏਗਾ। ਇਸ ਕਰਕੇ ਦੂਜੇ ਸਟੈਪ ਦੀ ਲੋੜ ਹੈ। ਜਿੱਥੇ ਏਡੇ ਏਡੇ ਵੱਡੇ ਕੀਰਤਨ ਦਰਬਾਰ ਕਰਦੇ ਹੋ, ਘੱਟੋ ਘੱਟ 4-5 ਕਥਾਵਾਚਕ ਵੀ ਬੁਲਾਇਆ ਕਰੋ। ਇੱਕ ਕੀਰਤਨ, ਇੱਕ ਕਥਾ, ਇੱਕ ਕੀਰਤਨ, ਇੱਕ ਕਥਾ। ਤੁਹਾਡੇ ਬੱਚਿਆਂ ਨੂੰ ਲਗਨ ਲੱਗੇ ਕਥਾ ਦੀ, ਤੁਹਾਡੇ ਬੱਚਿਆਂ ਨੂੰ ਸ਼ਬਦ ਦੀ ਸਮਝ ਆਏ। ਇੱਥੋਂ ਤੱਕ ਤੁਹਾਡੇ ਬੱਚੇ ਬੁਲਾਰੇ ਬਣਨ। ਪਰਸੋਂ ਛੋਟੇ ਜਿਹੇ ਬੱਚੇ ਨੇ ਬੜੀ ਸੋਹਣੀ ਅਨਾਉਂਸ ਕੀਤੀ, ਬੁਲਾਰਾ ਹੈ ਨਾ ਉਹ, ਤੁਹਾਡੇ ਬੱਚੇ ਬੁਲਾਰੇ ਵੀ ਬਣਨ। ਬਸ ਆਹ ਕਮੀ ਪੂਰੀ ਹੋ ਜਾਏ ਕਿ ਤੁਹਾਡੇ ਅਫਗਾਨ ਬੱਚਿਆਂ ਦੇ ਵਿੱਚੋਂ ਜਿੱਥੇ ਚੋਟੀ ਦੇ ਪਾਠੀ ਨਿਕਲ ਰਹੇ ਨੇ, ਕੀਰਤਨੀਏ ਪੈਦਾ ਹੋ ਰਹੇ ਨੇ, ਅਰਦਾਸੀ ਆ ਰਹੇ ਨੇ, ਤੁਹਾਡੇ ਇਹਨਾਂ ਬੱਚਿਆਂ ਦੇ ਵਿੱਚੋਂ ਕਥਾਵਾਚਕ ਪ੍ਰਚਾਰਕ ਵੀ ਪੈਦਾ ਹੋਣਾ। ਤੇ ਇਹਦੇ ਲਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਬੜੇ ਸਮੇਂ ਉਪਰਾਲੇ ਕੀਤੇ ਵੀ ਗਏ, ਕੀਤੇ ਵੀ ਜਾ ਰਹੇ ਨੇ। ਇੱਕ ਉਪਰਾਲਾ ਜਿਹੜਾ ਗੁਰੂ ਨਾਨਕ ਦਰਬਾਰ ਵੱਲੋਂ ਇਹ ਵੀ ਕੀਤਾ ਜਾ ਰਿਹਾ ਹੈ ਕਿ WhatsApp ਦੇ ਵਿੱਚ ਇੱਕ ਗਰੁੱਪ ਬਣਾਇਆ ਗੁਰੂ ਨਾਨਕ ਦਰਬਾਰ ਦੀਆਂ ਸੰਗਤਾਂ ਦਾ, ਅਫਗਾਨ ਸਿੱਖ ਸੰਗਤਾਂ ਦਾ, ਜਿਹਦੇ ਵਿੱਚ ਗੁਰਬਾਣੀ ਵਿਚਾਰ ਕੀਤੀ ਜਾਂਦੀ ਹੈ। ਜਿਹਦੇ ਵਿੱਚ ਬਕਾਇਦਾ ਜਿਹੜੇ ਸਿੱਖ ਨੇ, ਸਿੱਖ ਬੀਬੀਆਂ, ਸਿੱਖ ਵੀਰ ਬਕਾਇਦਾ ਬੋਲ ਕੇ ਆਪਣੇ 5-5, 10 ਸਮੇਂ ਦੇ ਵਿਚਾਰ ਪੇਸ਼ ਕਰਦੇ ਨੇ। ਜਿਹਦੇ ਵਿੱਚ ਜਪਜੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਜਿਹੜੇ ਜੁੜੇ ਹੋਏ ਨੇ ਗਰੁੱਪ ਨਾਲ, ਉਹਨਾਂ ਨੂੰ ਪਤਾ ਹੈ ਕਿ ਅਸੰਖ ਦੀਆਂ ਪੌੜੀਆਂ ਦੇ ਉੱਪਰ ਇਹ ਵਿਚਾਰ ਪਹੁੰਚ ਚੁੱਕੀ ਹੈ। ਤੇ ਜਿਹੜੇ ਨਹੀਂ ਜੁੜੇ, ਮੈਂ ਬੇਨਤੀ ਕਰਾਂਗਾ ਉਹ ਆਪਣੇ ਨਾਮ, ਫੋਨ ਨੰਬਰ ਜਿਹੜੇ ਨੇ ਗੁਰੂ ਨਾਨਕ ਦਰਬਾਰ ਦੇ ਕਾਊਂਟਰ 'ਤੇ ਪਹੁੰਚਾ ਦਿਓ। ਸਰਦਾਰ ਤਰਨਜੀਤ ਸਿੰਘ ਜੀ, ਸਰਦਾਰ ਤਲੋਕ ਸਿੰਘ ਜੀ, ਸਰਦਾਰ ਪ੍ਰਤਪਾਲ ਸਿੰਘ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਭਾਈ ਪਾਲ ਜੀ ਕਹਿੰਦੇ ਹਾਂ, ਚਾਹੇ ਉਹਨਾਂ ਨੂੰ ਨੰਬਰ ਪਹੁੰਚਾ ਦਿਓ, ਚਾਹੇ ਮੈਨੂੰ।
मैं चाहना कि उस ग्रुप ਦੇ ਵਿੱਚੋਂ ਹੀ ਚੰਗੇ ਤੁਹਾਡੇ ਬੁਲਾਰੇ ਸਿੱਖ ਬੱਚੇ ਪੈਦਾ ਹੋ ਜਾਣ, ਜਿੱਥੇ ਇੰਨੇ ਬੱਚੇ ਤੇ ਇੰਨੇ ਵੱਡੇ ਉਹਦੇ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਨੇ, ਵਿਚਾਰ ਕਰਦੇ ਨੇ। ਵਿਚਾਰ ਦੀ ਦੁਨੀਆ 'ਚ ਤੁਸੀਂ ਵੀ ਕਦਮ ਰੱਖੋ, ਜਿਹੜੇ ਨਹੀਂ ਹਨ ਉਹ ਵੀ ਆਪਣੇ ਫੋਨ ਨੰਬਰ ਜਿਹੜੇ ਲਿਖਾਓ ਉਸ ਗਰੁੱਪ ਦੇ ਵਿੱਚ। ਨਾਲ ਨਾਲ ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸਾਧ ਸੰਗਤ ਦਾ, ਸਤਿਕਾਰਯੋਗ ਸਮੂਹ ਸਾਧ ਸੰਗਤ ਦੇ ਦਰਸ਼ਨ ਹੋਏ। ਇਹਦੇ ਨਾਲ ਹੀ ਪ੍ਰਬੰਧਕਾਂ ਦਾ ਵੀ ਧੰਨਵਾਦ, ਜਿਨ੍ਹਾਂ ਸਦਕਾ ਆਪ ਦੇ ਦਰਸ਼ਨ ਹੋਏ ਹਨ। ਪ੍ਰਬੰਧਕਾਂ ਦਾ ਵੀ ਧੰਨਵਾਦ ਹੈ। ਅਤੇ ਅਖੀਰ ਸਮੂਹ ਅਫਗਾਨ ਸਿੱਖ ਸੰਗਤ UK, ਸਮੂਹ ਅਫਗਾਨ ਸੰਗਤ ਦਾ ਧੰਨਵਾਦ, ਜਿਹੜੇ ਹਰ ਸਾਲ ਇੰਨਾ ਵੱਡਾ ਸਮਾਗਮ ਰਚਦੇ ਨੇ। ਤੇ ਇਹੀ ਮੈਂ ਬੇਨਤੀ ਕਰਾਂਗਾ, ਸੁਣਨ ਤੱਕ ਸੀਮਤ ਨਾ ਰਹੀਏ। ਅਗਲੀ ਪੌੜੀ ਸੱਸਾ ਸਮਝਣਾ, ਉਸ ਤੋਂ ਅਗਲੀ ਪੌੜੀ ਸੱਸਾ ਸਮਾ ਜਾਣ ਤੱਕ ਅਸੀਂ ਆ ਜਾਈਏ, ਤਾਂ ਕਿ ਕੰਧ ਰਸ ਤੋਂ ਮਨ ਰਸ ਤੇ ਮਨ ਰਸ ਤੋਂ ਸੱਚਮੁੱਚ ਆਤਮ ਰਸ ਪੈਦਾ ਹੋ ਸਕੇ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।